वाहिगुरु जी की फतेह है। विघ्न विनाशन सोए। सतनाम श्री वाहिगुरु साहिब जीओ। दोहरा करते हो बचन बिलास को, दुख नाशक सुखदाई। नगर अयोध्या जे हो तो छिन में पहुँचे आए। वाहिगुरु जी का खालसा वाहिगुरु जी की फतेह। जुग हो जुग अटल जबर शतर तख्त के मालिक साहिब कमाल सतगुरु धन धन श्री गुरु ग्रंथ साहिब जी महाराज। गुरुदेव जी की पावन पवित्र हजूरी अंदर हाजरियां भर रही गुरु स्वरूप गुरु खालसा साध संगत जीओ। सतगुरां ने अपार बख्शिश रहमत कीती है। नौवें पातशाह धन गुरु तेग बहादुर साहिब गरीब नवाज सच्चे पातशाह जी दे पावन स्थानां ते दा सुभाग सतगुरां ने सानू बख्शिश कीता है। अज दा पावन पवित्र महान पर्व साहिबे कमाल सरबंस दानी धन गुरु गोबिंद सिंह साहिब सच्चे पातशाह महाराज जी ने तख्त श्री केसगढ़ साहब की धरती उपर अणख गैरत दी पाण खालसे नूं तेग दे नाल चाड़ी, खंडे नाल चाड़ी। सदियां तो मनुखता दे अंदर जिहड़ी अणख गैरत मर चुकी सी, अंदर दी क्रांति दी अगन जो बुझ चुकी सी, गुरु गोबिंद सिंह साहब सच्चे पातशाह महाराज ने खंडे बाटे दी पाहुल बख्शिश करके एक नवी रूह मनुखता अंदर फूक दी। एक न्यारापन, नवा स्वरूप, एक विचारधारा, एक ऐसा मनुख सिरज दिता महाराज कलगीधर जी ने जो संसार विच सब तो विलक्षण सी। और ये बचन कह के नवाजिया, खालसा मेरो रूप है खास, खालसे हो मैं करो निवास। ये खालसा मेरा खास रूप है, मेरे विच मेरे खालसे विच कोई अंतर कोई फर्क नहीं। ये मेरा पुत्र है। गुरु कलगीधर जी अपनी बाणी विच जिहड़ा बचन उचारदे ने, मैं अपना सुत तोहे निवाजा, पंथ परचुर करबे को साजा। अकाल पुरख वाहिगुरु परमेश्वर ने जिस दिन गुरु कलगीधर जी नूं आग्या दिती, जाओ संसार दे उपर धर्म चलाओ, महाराज कलगीधर जी कहते परमेश्वर ने मैनू अपना पुत्र निवाजिया। उन्होंने आख्या तुसी मेरे पुत्र हो। ते गुरु कलगीधर जी ने समात लोक दी धरती ते आके सानू सारियां नू अपना पुत्र होण दा माण बख्शिया। गुरु कलगीधर जी अकाल पुरख दे पुत्र ते उन्होंने सानू ये मान बख्शिया भी तुसी मेरे पुत्र हो। ये बचन आख्या ना, इन पुत्रन के शीस पर वार दिए सुत चार, चार मुए तो क्या पया जीवत कई हजार।
ਕੀ ਹੋਇਆ ਜੇ 4 ਸ਼ਹੀਦ ਹੋ ਗਏ, ਇਹ ਕਈ ਹਜ਼ਾਰਾਂ ਹੀ ਪੁੱਤਰ ਮੇਰੇ ਜੀਵਤ ਹਨ ਨਾ। ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਮਹਾਰਾਜ ਕਹਿੰਦੇ ਕੀ ਹੋਇਆ ਜੇ ਮੇਰੇ 4 ਪੁੱਤਰ ਸ਼ਹੀਦ ਕਰ ਦਿੱਤੇ, ਅਜੇ ਕੁੰਡਲੀਆ ਨਾਗ ਖਾਲਸਾ ਇਹ ਮੇਰਾ ਪੁੱਤਰ ਜਿਉਂਦਾ ਹੈ। ਸਾਨੂੰ ਮਹਾਰਾਜ ਕਲਗੀਧਰ ਜੀ ਨੇ ਪੁੱਤਰ ਹੋਣ ਦਾ ਮਾਣ ਬਖਸ਼ਿਆ। ਜੇ ਗੁਰੂ ਕਲਗੀਧਰ ਜੀ ਦਾ ਅਸਲ ਰੂਪ ਹੈ ਤੇ ਉਹ ਖਾਲਸਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਪਰ ਉਹਦੀ ਉਤਪਤੀ ਮਹਾਰਾਜ ਨੇ ਖੰਡੇ ਦੀ ਧਾਰ ਦੇ ਵਿੱਚੋਂ ਕੀਤੀ। ਖਾਲਸੇ ਸ਼ਬਦ ਦੀ ਉਤਪਤੀ ਜਿਹੜੀ ਅੰਮ੍ਰਿਤ ਵਿੱਚੋਂ ਹੋਈ, ਬਾਣੀ ਵਿੱਚੋਂ ਹੋਈ, ਪਤਾਸਿਆਂ ਦੀ ਮਿਠਾਸ ਵਿੱਚੋਂ ਹੋਈ। ਜਲ ਜੀਵਨ ਹੈ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਜਲ ਜੀਵਨ ਹੈ। ਉਸ ਜਲ ਦੇ ਵਿੱਚ ਮਹਾਰਾਜ ਨੇ ਮਿਠਾਸ ਪਾਈ। ਉਸ ਮਿਠਾਸ ਦੇ ਵਿੱਚ ਸ਼ਕਤੀ ਘੋਲੀ ਖੰਡੇ ਦੀ। ਗੈਰਤ ਤੇ ਅਣਖ ਦੀ ਪਾਣ ਚਾੜੀ ਗੁਰੂ ਕਲਗੀਧਰ ਜੀ ਨੇ। ਉਸੇ ਹੀ ਅੰਮ੍ਰਿਤ ਜਲ ਦੇ ਉੱਪਰ ਮਹਾਰਾਜ ਨੇ ਬਾਣੀ ਦਾ ਪਾਠ ਕੀਤਾ, ਭਗਤੀ ਘੋਲ ਦਿੱਤੀ। ਅੰਮ੍ਰਿਤ ਦੇ ਵਿੱਚ ਸਮੱਗਰ ਗੁਣ ਘੋਲ ਕੇ ਗੁਰੂ ਕਲਗੀਧਰ ਜੀ ਨੇ ਖੰਡੇ ਬਾਟੇ ਦੀ ਪੌਲ ਖਾਲਸੇ ਨੂੰ ਦੇ ਦਿੱਤੀ। ਤੇ ਭਾਈ ਗੁਰਦਾਸ ਸਿੰਘ ਜੀ ਨੇ ਫਿਰ ਉਸ ਵਾਕਿਆ ਨੂੰ ਕਲਮਬੰਦ ਕੀਤਾ, ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਇੱਕ ਇਹੋ ਜਿਹਾ ਅੰਮ੍ਰਿਤ ਸਾਨੂੰ ਬਖਸ਼ਿਆ ਮਹਾਰਾਜ ਕਲਗੀਧਰ ਜੀ ਨੇ ਕਿ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਹੋਇਆ ਇਹ ਜਿਹੜਾ ਪਾਹੁਲ, ਇਹ ਛਕੋ। ਇਹਦੇ ਨਾਲ ਤੁਹਾਡਾ ਜਨਮ ਸੁਹੇਲਾ ਹੋ ਜਾਏਗਾ, ਤੁਹਾਡਾ ਜਨਮ ਸਫਲਾ ਹੋ ਜਾਏਗਾ। ਮਹਾਰਾਜ ਭਾਈ ਡੱਲੇ ਨੂੰ ਆਖਦੇ, ਡੱਲਿਆ ਜੇ ਦਰਗਾਹ ਦਾ ਸੁੱਖ ਲੈਣਾ ਪਹਿਲਾਂ ਅੰਮ੍ਰਿਤ ਪਾਨ ਕਰ ਲੈ, ਫਿਰ ਦਰਗਾਹ ਦਾ ਸੁੱਖ ਤੈਨੂੰ ਪ੍ਰਾਪਤ ਹੋਵੇਗਾ। ਗੁਰੂ ਕਲਗੀਧਰ ਜੀ ਨੇ 5 ਸਿੰਘਾਂ ਦੇ ਸੀਸ ਲਏ ਅੰਮ੍ਰਿਤ ਦੇ ਬਦਲੇ। ਇੱਕ ਵਿਦਵਾਨ ਨੇ ਬੜਾ ਪਿਆਰਾ ਬਚਨ ਲਿਖਿਆ ਜੇ, ਕਹਿੰਦੇ ਜਦੋਂ ਗੁਰੂ ਸਾਹਿਬ ਨੇ 5 ਸਿੰਘਾਂ ਨੂੰ ਅੰਮ੍ਰਿਤ ਛਕਾਇਆ ਨਾ ਤੇ 5 ਪਿਆਰਿਆਂ ਦਾ ਲਕਬ ਦਿੱਤਾ ਵੀ ਮੇਰੇ ਪਿਆਰੇ ਨੇ। ਪਿਆਰੇ ਤਾਂ ਅਸੀਂ ਵੀ ਗੁਰੂ ਦੇ ਬਾਣੀ ਸਕਦੇ ਹਾਂ। ਜਦੋਂ ਸਤਿਗੁਰ ਆ ਗਏ ਸੀਸ ਭੇਟ ਦਿਓ। ਆਪਾਂ ਵੀ ਜਦੋਂ ਸੀਸ ਭੇਟ ਕਰ ਦਿਆਂਗੇ ਨਾ ਮਹਾਰਾਜ ਅੱਗੇ, ਗੁਰਮਤ ਦੀ ਜਿਹੜੀ ਵਿਚਾਰਧਾਰਾ ਹੈ ਜਦੋਂ ਉਹਦੇ ਧਾਰਨੀ ਹੋ ਜਾਵਾਂਗੇ, ਆਪਣੀ ਮਨਮਤ ਛੱਡ ਦਿਆਂਗੇ ਤੇ ਜਿਹੜਾ ਲਕਬ ਮਹਾਰਾਜ ਨੇ ਉਹਨਾਂ ਨੂੰ ਦਿੱਤਾ ਉਹ ਵੀ ਸਾਨੂੰ ਵੀ ਮਿਲ ਜਾਏਗਾ। ਅਸੀਂ ਵੀ ਗੁਰੂ ਦੇ ਪਿਆਰੇ ਅਖਵਾਵਾਂਗੇ। ਉਹਨਾਂ ਨੇ ਆਪਣਾ ਸੀਸ ਦਿੱਤਾ ਗੁਰੂ ਕਲਗੀਧਰ ਜੀ ਦੇ ਦਾਸ ਅਰਜ ਕਰਦਾ ਸੀ। ਇੱਕ ਵਿਦਵਾਨ ਸੱਜਣ ਲਿਖਦਾ ਜੇ, ਮਹਾਰਾਜ ਕਲਗੀਧਰ ਜੀ ਨੇ ਜਦੋਂ 5 ਸਿੰਘਾਂ ਦੇ ਸੀਸ ਲੈ ਕੇ ਅੰਮ੍ਰਿਤ ਪਾਨ ਕਰਾਇਆ ਨਾ ਤੇ ਸਤਿਗੁਰਾਂ ਨੇ ਆਪ ਫਿਰ ਅੰਮ੍ਰਿਤ ਛਕਿਆ। ਆਪੇ ਗੁਰ ਚੇਲਾ ਹੈ, ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ। ਇਹ ਪਰੰਪਰਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਚੱਲੀ ਆ ਰਹੀ ਹੈ। ਉਸ ਪਰੰਪਰਾ ਨੂੰ ਨਿਭਾਇਆ। ਆਪੇ ਗੁਰ ਚੇਲਾ ਹੈ ਆਪੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵੀ ਆਪ ਤੇ ਚੇਲੇ ਆਪ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਗੱਦੀ ਅਕਾਲ ਪੁਰਖ ਦੇ ਘਰ ਵਿੱਚੋਂ ਪ੍ਰਾਪਤ ਹੋਈ ਤੇ ਜਦੋਂ ਉਹ ਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਦਿੱਤੀ ਤੇ ਫਿਰ ਝੁਕ ਕੇ ਆਪੇ ਚੇਲੇ ਬਣ ਗਏ। ਆਪੇ ਗੁਰੂ ਹੈ, ਆਪੇ ਹੀ ਚੇਲਾ। ਸੇ ਕਹਿਣ ਲੱਗੇ, ਪਾਤਸ਼ਾਹ ਆਪ ਜੀ ਨੇ ਸਾਡਾ ਸੀਸ ਲਿਆ, ਬਦਲੇ ਵਿੱਚ ਕੀ ਦਿਓਗੇ? ਮਹਾਰਾਜ ਕਹਿੰਦੇ ਕੀ ਮੰਗਦੇ ਹੋ? ਕਿ ਸੱਜਣ ਨੇ ਬੜੇ ਪਿਆਰੇ ਬੋਲ ਲਿਖੇ, ਕਹਿੰਦੇ ਪਾਤਸ਼ਾਹ ਫਿਰ ਸਾਡੀ ਇੱਕ ਮੰਗ ਹੈ ਤੁਹਾਡੇ ਚਰਨਾਂ ਵਿੱਚੋਂ, ਇਹ ਦਾਤ ਸਾਡੀ ਝੋਲੀ ਵਿੱਚ ਪਾ ਦਿਓ।
ਮੰਗ ਕੀ ਹੈ? ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਮਹਾਰਾਜ ਸਾਡੀ ਇਹ ਮੰਗ ਹੈ ਕਿ ਜਿੱਥੇ ਤੁਹਾਡੀ ਲੋੜ ਹੋਵੇ ਤੁਸੀਂ ਉੱਥੇ ਆਪਣੇ ਪੰਥ ਦੇ ਸਹਾਈ ਹੋਣਾ। ਜਿਸ ਦਿਨ ਅਕਾਲ ਪੁਰਖ ਦੇ ਦਰਬਾਰ ਵਿੱਚ ਗੱਲ ਹੋਈ ਨਾ, ਤੇ ਗੁਰੂ ਕਲਗੀਧਰ ਜੀ ਨੂੰ ਆਗਿਆ ਦਿੱਤੀ ਪਰਮੇਸ਼ਰ ਨੇ ਕਿ ਜਾਓ ਸੰਸਾਰ ਦੇ ਉੱਤੇ ਮਾਤ ਲੋਕ ਦੀ ਧਰਤੀ ਤੇ ਧਰਮ ਚਲਾਓ। ਤੇ ਉੱਥੇ ਗੁਰੂ ਕਲਗੀਧਰ ਜੀ ਕਹਿੰਦੇ ਫਿਰ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੋ ਸਹਾਏ। ਜਦੋਂ ਤੁਸੀਂ ਮੇਰੀ ਸਹਾਇਤਾ ਕਰੋਗੇ ਫਿਰ ਪੰਥ ਚੱਲੇਗਾ ਜਗਤ ਵਿੱਚ। ਅੱਜ ਉਹੀ ਅਰਦਾਸ ਗੁਰੂ ਕਾ ਖਾਲਸਾ ਕਰਦਾ ਹੈ, ਕਿਉਂਕਿ ਖਾਲਸਾ ਵੀ ਉਸੇ ਰੂਪ ਵਿੱਚੋਂ ਪ੍ਰਗਟ ਹੋਇਆ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਜਿਹੜੀ ਖੇਡ ਅਕਾਲ ਪੁਰਖ ਦੇ ਦਰਬਾਰ ਵਿੱਚ ਵਰਤੀ, ਉਹੀ ਖੇਡ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਵਰਤ ਰਹੀ ਹੈ। ਖਾਲਸੇ ਨੇ ਵੀ ਹੱਥ ਜੋੜੇ, ਪਾਤਸ਼ਾਹ ਐਸੀ ਦਇਆ ਰਹਿਮਤ ਕਰਿਓ, ਜਿਸ ਦਿਨ ਜ਼ਰੂਰਤ ਹੋਵੇ ਸਭ ਥਾਈਂ ਹੋਏ ਸਹਾਏ। ਆਪ ਨੇ ਆਪਣੇ ਪੰਥ ਦੇ ਸਹਾਈ ਹੋਣਾ ਮਹਾਰਾਜ, ਸਾਡੀ ਇਹੀ ਮੰਗ ਹੈ। ਇਸੇ ਕਰਕੇ ਕਹਿੰਦੇ ਜਿਸ ਦਿਨ ਸੱਚਖੰਡ ਪਧਾਰੇ ਨਾ ਗੁਰੂ ਕਲਗੀਧਰ ਜੀ, ਸਰੀਰ ਦੇ ਜਿਹੜੇ ਮਹਾਰਾਜ ਦੇ ਅੰਸ਼ ਨੇ ਜਿਨ੍ਹਾਂ ਨੂੰ ਆਪਾਂ ਫੁੱਲ ਕਹਿ ਦਿੰਦੇ ਆ, ਉਹ ਨਹੀਂ ਨਿਕਲੇ ਚਿਖਾ ਵਿੱਚੋਂ, ਸ੍ਰੀ ਸਾਹਿਬ ਹੀ ਨਿਕਲੀ। ਕਿਉਂਕਿ ਮਹਾਰਾਜ ਕਿਤੇ ਨਹੀਂ ਗਏ। ਖਾਲਸੇ ਨੇ ਵਿਰਾਗ ਕੀਤਾ, ਭਾਈ ਮਾਧੋ ਦਾਸ ਵਿਰਾਗੀ ਨੂੰ ਮਹਾਰਾਜ ਕਲਗੀਧਰ ਨੇ ਦਰਸ਼ਨ ਦਿੱਤੇ। ਜਾਓ ਖਾਲਸੇ ਨੂੰ ਆਖੋ ਮੈਂ ਤੁਹਾਡੇ ਅੰਗ ਸੰਗ ਹਾਂ, ਜਿੱਥੇ ਵੀ ਯਾਦ ਕਰੋਗੇ ਤੇ ਤੁਹਾਨੂੰ ਮੇਰੇ ਦੀਦਾਰ ਪ੍ਰਾਪਤ ਹੋਵਣਗੇ। ਇਸੇ ਕਰਕੇ ਆਪਣੀ ਕਲਮ ਨਾਲ ਮਹਾਰਾਜ ਕਲਗੀਧਰ ਜੀ ਇੱਕ ਬਚਨ ਲਿਖ ਕੇ ਗਏ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਪੇਵ। ਖਾਲਸੇ ਦੀ ਪਰਿਭਾਸ਼ਾ ਵੀ ਦੱਸ ਦਿੱਤੀ, ਖਾਲਸਾ ਕੌਣ ਹੈ? ਜਿਹੜਾ ਆਤਮਿਕ ਰਸ ਨੂੰ ਜਾਣ ਲੈਂਦਾ ਹੈ। ਬ੍ਰਿਜ ਭਾਸ਼ਾ ਦਾ ਫਾਰਸੀ ਦਾ ਕਹਿੰਦੇ ਇੱਕ ਸ਼ਬਦ ਹੈ ਜੀ ਖਾਲਸ, ਆਪਾਂ ਕਹਿੰਦੇ ਹਾਂ ਜੀ ਸ਼ੁੱਧ, ਪਰ ਖਾਲਸਾ ਉਸ ਧਰਤੀ ਉਸ ਜ਼ਮੀਨ ਨੂੰ ਵੀ ਕਹਿੰਦੇ ਨੇ ਜਿਹਦੇ ਉੱਪਰ ਕਿਸੇ ਬਾਦਸ਼ਾਹ ਦਾ ਸਿੱਧਾ ਆਪਣਾ ਰਾਜ ਹੋਵੇ, ਬਾਦਸ਼ਾਹ ਦੀ ਜਿਹੜੀ ਖੁਦ ਦੀ ਮਲਕੀਅਤ ਹੋਵੇ, ਉਸ ਜ਼ਮੀਨ ਨੂੰ ਵੀ ਖਾਲਸਾ ਕਹਿੰਦੇ ਨੇ। ਤੇ ਇਹ ਖਾਲਸਾ ਜਿਹੜਾ ਇਹ ਪਰਮੇਸ਼ਰ ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਇਹਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਖਾਲਸਾ ਹੈ। ਇਹਦੇ ਉੱਪਰ ਕਿਸੇ ਦੂਜੇ ਤੀਜੇ ਦਾ ਹੱਕ ਨਹੀਂ। ਇਹਦੇ ਉੱਪਰ ਕੇਵਲ ਗੁਰੂ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੱਕ ਹੈ। ਮਹਾਰਾਜ ਨੇ ਬੜਾ ਵੱਡਾ ਰੁਤਬਾ ਆਪਣੇ ਖਾਲਸੇ ਨੂੰ ਦਿੱਤਾ ਜੇ। ਇਸ ਵਾਸਤੇ ਗੁਰਦੇਵ ਕਹਿੰਦੇ ਜਿਹੜਾ ਮੇਰੇ ਖਾਲਸੇ ਦੇ ਦਰਸ਼ਨ ਕਰੇਗਾ, ਦਰਸ਼ਨ ਪਰਸੇਗਾ, ਉਹਦੇ ਸਾਰੇ ਸੋਗ ਮਿਟ ਜਾਣਗੇ। ਅੱਜ ਦਾ ਇਹ ਪਾਵਨ ਪਵਿੱਤਰ ਮਹਾਨ ਪੁਰਬ ਹੈ। ਗੁਰੂ ਕਲਗੀਧਰ ਜੀ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸਾਨੂੰ ਨਵਾਂ ਰੂਪ ਬਖਸ਼ਿਸ਼ ਕੀਤਾ। ਜਿਨ੍ਹਾਂ ਨੇ ਉਹ ਵਿਚਾਰਧਾਰਾ ਧਾਰਨ ਕੀਤੀ, ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਮਾਂ ਪਿਓ ਦੇ ਘਰ ਵਿੱਚ ਸਾਡਾ ਜਨਮ ਹੁੰਦਾ ਹੈ, ਇੱਕ ਜਨਮ ਸਾਡਾ ਗੁਰੂ ਘਰ ਵਿੱਚ ਹੁੰਦਾ ਹੈ। ਗੁਰੂ ਕਲਗੀਧਰ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਾਨੂੰ ਨਵਾਂ ਜਨਮ ਦਿੱਤਾ। ਔਰ ਜਿਨ੍ਹਾਂ ਨੇ ਉਹ ਵਿਚਾਰਧਾਰਾ ਧਾਰਨ ਕਰ ਲਈ, ਉਹ ਜਨਮ ਤੇ ਮਰਨ ਤੋਂ ਰਹਿਤ ਹੋ ਗਏ। ਅੱਜ ਦੇ ਇਸ ਪਾਵਨ ਮਹਾਨ ਪੁਰਬ ਦੀਆਂ ਖਾਲਸਾ ਸਿਰਜਣਾ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਆਪ ਜੀ ਲੜੀਵਾਰ ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਮਹਾਰਾਜ ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਬ੍ਰਿਜ ਦੀ ਧਰਤੀ ਤੇ ਪਹੁੰਚੇ ਨੇ, ਜਿੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਨੇਕਾਂ ਹੀ ਵਿਦਵਾਨ ਪੰਡਤ ਇਕੱਤਰ ਹੋ ਕਰਕੇ ਆਏ। ਉਹਨਾਂ ਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਜਿਹੜਾ ਸ਼ਬਦ ਉਚਾਰਿਆ ਸੀ ਮਹਾਰਾਜ ਨੇ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀ ਅਰ ਤਪਤਰ ਹੈ, ਕਹਿੰਦੇ ਇਹਦੇ ਅਰਥ ਸਾਨੂੰ ਸੁਣਾਓ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਕਲਯੁਗ ਹੈ ਨਾ, ਉਹ ਮਨੁੱਖ ਦੇ ਆਚਰਣ ਲੱਛਣਾਂ ਦੇ ਵਿੱਚ ਹੈ। ਕਲਯੁਗ ਕਿਤੇ ਕਿਲਾ ਪਾ ਕੇ ਨਹੀਂ ਬੈਠਾ, ਕਿਤੇ ਦੇਸ਼ ਵਿੱਚ ਨਹੀਂ ਬੈਠਾ, ਉਹ ਸਾਡੇ ਲੱਛਣਾਂ ਵਿੱਚ ਹੈ। ਜੇ ਕੋਈ ਨਾਮ ਜਪਦਾ, ਲੋਕ ਉਹਨੂੰ ਬਦਰਾਹੀ ਕਹਿੰਦੇ ਨੇ, ਮਾੜੇ ਰਾਹ ਪਿਆ ਹੋਇਆ।
ਜਪੀ ਦਾ ਜਪ ਪੂਰਾ ਨਹੀਂ ਹੋਣ ਦਿੰਦਾ, ਤਪੀ ਦਾ ਤਪ ਪੂਰਾ ਨਹੀਂ ਹੋਣ ਦਿੰਦਾ। ਭੇਖੀਆਂ ਦੀ ਪੂਜਾ ਤੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਾਉਂਦਾ ਜੇ। ਫਿਰ ਸਤਿਗੁਰੂ ਕਹਿੰਦੇ ਵੀ ਕਲਯੁਗ ਦੇ ਸਮੇਂ ਵਿੱਚ ਨਹਾਵਣ ਧੋਵਣ ਵਿਅਰਥ ਹੈ। ਜੇ ਕੋਈ ਆਖੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਪਵਿੱਤਰਤਾ ਹੋ ਜਾਏਗੀ, ਗੁਰਦੇਵ ਕਹਿੰਦੇ ਸਰੀਰ ਦੀ ਮੈਲ ਉਤਰੇਗੀ ਪਰ ਰਾਗ ਦਵੈਖ ਦੀ ਮੈਲ ਨਹੀਂ ਅੰਦਰੋਂ ਉਤਰ ਸਕਦੀ। ਔਰ ਜਿਹੜੇ ਦੰਭੀ ਲੋਕ ਸੱਚ ਦੀ ਕਮਾਈ ਨਹੀਂ ਕਰਦੇ, ਉਹਨਾਂ ਦਾ ਹਾਲ ਇਸ ਤਰ੍ਹਾਂ ਜਿਵੇਂ ਮੋਰ ਵੇਖਣ ਨੂੰ ਸੋਹਣਾ ਲੱਗਦਾ ਹੈ, ਬੋਲਦਾ ਵੀ ਬੜਾ ਸੁੰਦਰ ਹੈ, ਪਰ ਚੁਣ ਚੁਣ ਕੇ ਕੀੜੇ ਖਾਂਦਾ ਜੇ। ਇਸੇ ਤਰ੍ਹਾਂ ਭੇਖੀ ਲੋਕਾਂ ਦਾ ਭੇਖ ਬੜਾ ਸੋਹਣਾ ਹੁੰਦਾ ਹੈ, ਪਰ ਵਿਸ਼ੇ ਵਿਕਾਰ ਰੂਪੀ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਕੀੜੇ ਚੁਣ ਚੁਣ ਕੇ ਉਹ ਖਾਂਦੇ ਹਨ। ਇਸ ਵਾਸਤੇ ਇਹੋ ਜਿਹੇ ਲੋਕ ਨਰਕਾਂ ਵਿੱਚ ਜਾ ਕੇ ਭਾਰੀ ਕਸ਼ਟ ਦੀ ਪ੍ਰਾਪਤੀ ਕਰਦੇ ਹਨ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦਾ ਉਧਾਰ ਕੀਤਾ, ਉਪਰੰਤ ਮਹਾਰਾਜ ਇੱਥੋਂ ਚੱਲ ਕੇ ਅਯੁੱਧਿਆ ਨੂੰ ਚੱਲ ਪਏ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਸਮੂਹ ਗੁਰਸਿੱਖ ਸੰਗਤਾਂ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਰਤੇ ਹੋ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖਦਾਈ। ਦੁੱਖਾਂ ਨੂੰ ਨਾਸ਼ ਕਰਨ ਵਾਲੇ, ਸੁੱਖਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ ਨਾਲ ਬਚਨ ਬਿਲਾਸ ਕਰਦੇ ਹੋਏ ਚੱਲ ਪਏ। ਨਗਰ ਅਯੁੱਧਿਆ ਜੇ ਹੋਤੋ ਛਿਨ ਮੈਂ ਪਹੁੰਚੇ ਆਏ। ਜਿਸ ਜਗ੍ਹਾ ਤੇ ਅਯੁੱਧਿਆ ਨਗਰੀ ਹੈ, ਇੱਕ ਛਿਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਅਯੁੱਧਿਆ ਆਣ ਪਹੁੰਚੇ ਹਨ। ਚੌਪਈ ਸਰਤਾ ਪਰ ਬੈਠੇ ਗੁਰਪੂਰਨ। ਪੂਰਨ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਦੀ ਦੇ ਕੰਢੇ ਉੱਪਰ ਬਿਰਾਜਮਾਨ ਹੋ ਗਏ ਹਨ। ਜਗ ਮੈਂ ਦੰਭ ਕੀਨ ਜਿਨ ਚੂਰਨ। ਜਿਨ੍ਹਾਂ ਨੇ ਜਗਤ ਦੇ ਵਿੱਚੋਂ ਦੰਭ ਨੂੰ ਪਖੰਡ ਨੂੰ ਨਸ਼ਟ ਕਰ ਦਿੱਤਾ। ਭੇਖੀ ਲੋਕਾਂ ਦਾ ਭੇਖ, ਉਹਨਾਂ ਦਾ ਪਾਜ ਉਘੇੜ ਕੇ ਉਹਨਾਂ ਨੂੰ ਸਹੀ ਰਸਤੇ ਪਾ ਦਿੱਤਾ ਹੈ। ਸੁਨ ਸ਼੍ਰੀ ਨਾਨਕ ਨਾਮ ਕਿਰਪਾਲਾ। ਜਦੋਂ ਸਤਿਗੁਰੂ ਅਯੁੱਧਿਆ ਪਹੁੰਚੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਸੁਣ ਕਰਕੇ ਪੁਰ ਤੇ ਨਰ ਆਏ ਤਤਕਾਲਾ। ਅਯੁੱਧਿਆ ਨਗਰੀ ਵਿੱਚ ਅਨੇਕਾਂ ਹੀ ਲੋਕ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੇ ਹਨ। ਹੋਤੇ ਜਹਾਂ ਬੇਦੀ ਕੁਲ ਦੀਪਾ। ਜਿਸ ਥਾਂ ਤੇ ਬੇਦੀਆਂ ਦੀ ਕੁਲ ਦੇ ਦੀਪਕ ਗੁਰੂ ਨਾਨਕ ਸਾਹਿਬ ਜੀ ਵਿਰਾਜਮਾਨ ਹਨ। ਬੈਠੇ ਪੰਡਤ ਆਨ ਸਮੀਪਾ। ਅਨੇਕਾਂ ਹੀ ਪੰਡਤ ਆ ਕਰਕੇ ਮਹਾਰਾਜ ਜੀ ਦੇ ਪਾਸ ਬੈਠ ਗਏ। ਬੰਧਨ ਕਰੇ ਭਾਉ ਉਰ ਧਰ ਕੇ। ਹਿਰਦੇ ਵਿੱਚ ਭਾਉ ਪ੍ਰੇਮ ਧਾਰਨ ਕਰਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਨ। ਹਰਖੇ ਸੁੰਦਰ ਰੂਪ ਨਿਹਰ ਕੇ। ਸਤਿਗੁਰਾਂ ਦੀ ਪਾਵਨ ਸੋਹਣੀ ਮੂਰਤ ਨੂੰ ਵੇਖ ਵੇਖ ਕੇ ਬੜੇ ਖੁਸ਼ ਪ੍ਰਸੰਨ ਹੁੰਦੇ ਹਨ। ਭਾਈ ਸਮੀਪ ਪੂਰ ਜਬ ਪੀਰਾ। ਜਦੋਂ ਸਤਿਗੁਰ ਜੀ ਦੇ ਚਾਰ ਚਫੇਰੇ ਸੰਗਤਾਂ ਦੀ ਬੜੀ ਭੀੜ ਜਮਾ ਹੋ ਗਈ ਹੈ। ਬੋਲੇ ਸਭ ਸੋ ਗੁਨੀ ਗਹੀਰਾ। ਗੁਣਾਂ ਦੀ ਖਾਨ, ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਰਾਮ ਗਏ ਲੈ ਕਰ ਸੰਗ ਨਗਰੀ। ਪਾਤਸ਼ਾਹ ਉਹਨਾਂ ਨੂੰ ਸਵਾਲ ਕਰਦੇ ਪੰਡਤਾਂ ਨੂੰ। ਗੁਰਦੇਵ ਜੀ ਕਹਿੰਦੇ ਵੀ ਅਸੀਂ ਸੁਣਿਆ ਹੈ ਕਿ ਸ੍ਰੀ ਰਾਮਚੰਦਰ ਜਦੋਂ ਬੈਕੁੰਠ ਗਏ, ਆਪਣੇ ਨਾਲ ਸਾਰੀ ਨਗਰੀ ਨੂੰ ਲੈ ਕਰਕੇ ਗਏ ਹਨ। ਨੀਚ ਊਚ ਨਰ ਨਾਰੀ ਸਗਰੀ। ਜਿੰਨੇ ਵੀ ਨੀਵੇਂ ਉੱਚੇ ਪੁਰਸ਼ ਅਰ ਇਸਤਰੀਆਂ ਸਨ, ਸਭ ਨੂੰ ਆਪਣੇ ਨਾਲ ਲੈ ਗਏ ਸਨ। ਦੋਹਰਾ ਏ ਆਈ ਕਹਿੰਤੇ ਅਬੇ ਦੀਸਤ ਊਚੇ ਧਾਮ।
ਸਤਿਗੁਰੂ ਕਹਿੰਦੇ ਫਿਰ ਇਹ ਨਗਰੀ ਕਿੱਥੋਂ ਆ ਗਈ? ਇੱਥੇ ਉੱਚੇ ਉੱਚੇ ਘਰ ਦਿਖਾਈ ਦੇ ਰਹੇ ਨੇ, ਚਾਰ ਚਫੇਰੇ ਲੋਕ ਦਿਖਾਈ ਦੇ ਰਹੇ ਨੇ। ਜੇ ਤੁਸੀਂ ਕਹਿੰਦੇ ਹੋ ਵੀ ਸ੍ਰੀ ਰਾਮਚੰਦਰ ਜੀ ਨਗਰੀ ਸਮੇਤ ਸਵਰਗ ਨੂੰ ਚਲੇ ਗਏ, ਤੇ ਫਿਰ ਇਹ ਨਗਰੀ ਕਿੱਥੋਂ ਆ ਗਈ? ਇੱਥੇ ਘਰ ਦਿਖਾਈ ਦੇ ਰਹੇ ਨੇ, ਇਹ ਘਰ ਕਿੱਥੋਂ ਆ ਗਏ ਹਨ? ਸੁਨ ਪੰਡਤ ਸਭ ਕਹਿਤ ਪੇ, ਜੀ ਲਏ ਸੰਗ ਰਾਮ। ਇਹ ਬਚਨ ਸੁਣ ਕੇ ਪੰਡਤ ਕਹਿਣ ਲੱਗੇ, ਮਹਾਰਾਜ ਜਦੋਂ ਸ੍ਰੀ ਰਾਮਚੰਦਰ ਜੀ ਆਪ ਬੈਕੁੰਠ ਗਏ, ਆਪਣੇ ਨਾਲ ਉਹ ਸਾਰੇ ਜੀਵਾਂ ਨੂੰ ਲੈ ਕਰਕੇ ਗਏ ਹਨ। ਜੋ ਪਈ ਮੰਦਰ ਸਭ ਧਰਨੀ ਪਰ ਰਹੇ। ਜਦੋਂ ਸ੍ਰੀ ਰਾਮਚੰਦਰ ਜੀ ਇੱਥੋਂ ਸੱਚਖੰਡ ਬੈਕੁੰਠ ਨੂੰ ਗਏ ਤੇ ਉਹ ਆਪਣੇ ਨਾਲ ਜੀਵਾਂ ਨੂੰ ਲੈ ਗਏ, ਪਰ ਜਿਹੜੇ ਘਰ ਸਨ ਨਾ ਉਹ ਸਾਰੇ ਘਰ ਧਰਤੀ ਦੇ ਉੱਪਰ ਹੀ ਰਹਿ ਗਏ ਸਨ। ਗਏ ਬੈਕੁੰਠ ਜੀਵ ਜੇ ਆਹੇ। ਤੇ ਜਿਹੜੇ ਜੀਵ ਸਨ ਉਹ ਬੈਕੁੰਠ ਨੂੰ ਚਲੇ ਗਏ ਸਨ। ਇਸ ਕਰਕੇ ਮਹਾਰਾਜ ਇਹ ਘਰ ਜਿਹੜੇ ਚਾਰ ਚਫੇਰੇ ਨਜ਼ਰ ਆ ਰਹੇ ਨੇ, ਘਰ-ਬਾਰ ਤਾਂ ਇੱਥੇ ਹੀ ਸਨ। ਜਿਹੜੇ ਜੀਵ ਇਹਦੇ ਵਿੱਚ ਰਹਿੰਦੇ ਸੀ, ਭਾਵੇਂ ਕੋਈ ਉੱਚਾ ਕੋਈ ਨੀਵਾਂ ਸੀ, ਅਮੀਰ ਸੀ ਗਰੀਬ ਸੀ, ਸਭ ਉਹਨਾਂ ਦੇ ਨਾਲ ਸਵਰਗ ਸੁਧਾਰ ਗਿਆ ਹੈ। ਸ਼੍ਰੀ ਨਾਨਕ ਪੁਨ ਮੈਂ ਨੀ ਉਚਾਰੇ। ਇਹ ਬਚਨ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਗਏ ਬੈਕੁੰਠ ਸੋ ਦਰਸ ਨਿਹਾਰੇ। ਪਾਤਸ਼ਾਹ ਕਹਿੰਦੇ ਬੈਕੁੰਠ ਫਿਰ ਉਹ ਗਏ ਨਾ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹਨ। ਅਬ ਤੁਮ ਤੈ ਕੋ ਸਿਮਰੋ ਨਾਮੋ। ਸਤਿਗੁਰੂ ਕਹਿੰਦੇ ਫਿਰ ਉਹਨਾਂ ਦਾ ਭਲਾ ਕਿਉਂ ਹੋਇਆ? ਉਹਨਾਂ ਨੇ ਦਰਸ਼ਨ ਕੀਤੇ, ਨਾਮ ਜਪਿਆ ਤੇ ਤਰ ਗਏ, ਤਾਂ ਹੀ ਉਹਨਾਂ ਦੇ ਨਾਲ ਗਏ ਨਾ। ਤੇ ਸਤਿਗੁਰੂ ਕਹਿੰਦੇ ਤੁਸੀਂ ਉਹਨਾਂ ਦੀ ਨਗਰੀ ਵਿੱਚ ਰਹਿੰਦੇ ਹੋ ਤੇ ਸਿੱਖਿਆ ਲਓ ਇਸ ਗੱਲ ਤੋਂ, ਤੁਸੀਂ ਵੀ ਪਰਮੇਸ਼ਰ ਦਾ ਨਾਮ ਜਪਿਆ ਕਰੋ। ਇਹ ਫੋਕਟ ਦੇ ਜਿਹੜੇ ਕਰਮ ਕਾਂਡ ਨੇ ਨਾ, ਇਹਨਾਂ ਕਰਮ ਕਾਂਡਾਂ ਨੂੰ ਛੱਡ ਕੇ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰੋ। ਉਹ ਤੁਮਾਰੋ ਬੈਕੁੰਠ ਤਾਮੋ। ਇਹਦੇ ਨਾਲ ਤੁਹਾਡਾ ਵੀ ਬੈਕੁੰਠ ਦੇ ਵਿੱਚ ਨਿਵਾਸ ਹੋ ਜਾਵੇਗਾ। ਇਹਦਾ ਭਾਵ ਅਰਥ ਇਹ ਹੈ ਕਿ ਇਹ ਨਹੀਂ ਕਿ ਜੇ ਸ੍ਰੀ ਰਾਮਚੰਦਰ ਜੀ ਇਥੋਂ ਧਰਤੀ ਤੋਂ ਬੈਕੁੰਠ ਸਿਧਾਰੇ ਤੇ ਉਹਨਾਂ ਨਾਲ ਨਗਰੀ ਗਈ ਤੇ ਉਹਨਾਂ ਤੋਂ ਬਾਅਦ ਕੋਈ ਬੈਕੁੰਠ ਨਹੀਂ ਜਾ ਸਕਦਾ। ਪਾਤਸ਼ਾਹ ਕਹਿੰਦੇ ਉਦੋਂ ਵੀ ਨਾਮ ਦੀ ਮਹਿਮਾ ਕਰਕੇ ਹੀ ਉਹ ਬੈਕੁੰਠ ਨੂੰ ਚਲੇ ਗਏ। ਤੇ ਅੱਜ ਵੀ ਜੇ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ, ਅੱਜ ਵੀ ਤੁਸੀਂ ਇਸ ਧਰਤੀ ਤੋਂ ਬੈਕੁੰਠ ਨੂੰ ਚਲੇ ਜਾਓਗੇ, ਤੁਹਾਡਾ ਉਧਾਰ ਹੋ ਜਾਵੇਗਾ। ਗੁਰ ਸੋ ਮਿਲ ਭਗਤੀ ਉਰ ਤਾਰੋ। ਪੂਰੇ ਸਤਿਗੁਰਾਂ ਨੂੰ ਮਿਲ ਕਰਕੇ ਜਿਹੜੀ ਪ੍ਰੇਮਾ ਭਗਤੀ ਹੈ ਉਹ ਆਪਣੇ ਹਿਰਦੇ ਵਿੱਚ ਧਾਰਨ ਕਰੋ। ਧਿਆਨ ਕਰੋ ਬੰਧਨ ਛੁਟਕਾਰੋ। ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਾਰਨ ਕਰੋ। ਉਹਦੇ ਤੋਂ ਬਿਨਾਂ ਕਿਸੇ ਨੂੰ ਕਰਤਾ ਨਾ ਮੰਨੋ। ਉਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਬਿਨ ਕਰਤਾਰ ਨਾ ਕੀਰਤਮ ਮਾਨੋ। ਆਦ ਅਜੋਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ। ਜੋ ਸਾਰਿਆਂ ਦਾ ਮੁੱਢ ਹੈ, ਜੂਨਾ ਤੋਂ ਰਹਿਤ ਹੈ, ਉਹਨੂੰ ਪਰਮੇਸ਼ਰ ਕਰਕੇ ਮੰਨੋ। ਸਾਰੇ ਸੰਸਾਰ ਦਾ ਕਰਤਾ ਹੈ। ਐਸੇ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਧਿਆਨ ਹੈ ਉਹ ਆਪਣੇ ਹਿਰਦੇ ਵਿੱਚ ਧਾਰਨ ਕਰੋ। ਗੁਰੂ ਕਲਗੀਧਰ ਜੀ ਨੇ ਸਾਨੂੰ ਲਾਇਆ ਹੀ ਅਕਾਲ ਪੁਰਖ ਦੇ ਲੜ ਹੈ। ਕਿਤੇ ਮਾਇਆ ਤੇ ਤੁਹਾਡੀ ਸੁਰਤ ਨਾ ਜਾਵੇ, ਪਦਾਰਥਾਂ ਤੇ ਸੁਰਤ ਨਾ ਜਾਵੇ, ਕਿਸੇ ਕੱਚੇ ਪਿੱਲੇ ਤੇ ਤੁਹਾਡੀ ਸੁਰਤ ਨਾ ਰਹੇ, ਤੁਹਾਡੀ ਸੁਰਤ ਅਕਾਲ ਪੁਰਖ ਤੇ ਰਹੇ। ਇਸੇ ਕਰਕੇ ਆਖਿਆ ਜੀ ਮਹਾਰਾਜ ਨੇ ਕਿ ਪਰਚਾ ਸ਼ਬਦ ਕਾ, ਪੂਜਾ ਅਕਾਲ ਕੀ, ਦਦਾਰ ਖਾਲਸੇ ਕਾ। ਤਿੰਨਾਂ ਦੇ ਵਿੱਚ ਜਿਹੜੀ ਕਲਾ ਵਰਤਦੀ ਆ ਉਹ ਧਿਆਨ ਹੀ ਪਰਮੇਸ਼ਰ ਦੇ ਉੱਪਰ ਰਹਿੰਦਾ ਹੈ। ਜੇ ਮਾਇਆ ਤੇ ਪਦਾਰਥਾਂ ਤੇ ਕਰਮ ਕਾਂਡਾਂ ਤੇ ਧਿਆਨ ਰਹੇਗਾ, ਉਲਝ ਜਾਓਗੇ ਇਹਦੇ ਵਿੱਚ ਹੀ। ਤੇ ਜੇ ਧਿਆਨ ਕਰਤੇ ਪੁਰਖ ਦੇ ਵਿੱਚ ਰਹੇਗਾ ਤੇ ਸੰਸਾਰ ਤੋਂ ਸੁਖੈ ਨਹੀਂ ਤਰ ਜਾਓਗੇ। ਇਸ ਵਾਸਤੇ ਧਿਆਨ ਕਰੋ, ਬੰਧਨ ਛੁਟਕਾਰੋ। ਪਰਮੇਸ਼ਰ ਦਾ ਧਿਆਨ ਧਾਰਨ ਕਰੋ, ਇਹਦੇ ਨਾਲ ਤੁਹਾਡੇ ਸਾਰੇ ਬੰਧਨ ਟੁੱਟ ਜਾਣਗੇ। ਸਤਿਗੁਰ ਦਰਸ ਸਫਲ ਸੁਖਦਾਈ। ਸਤਿਗੁਰਾਂ ਦੇ ਜਿਹੜੇ ਦਰਸ਼ਨ ਹਨ ਇਹ ਸਫਲ ਹਨ। ਜਿਹੜਾ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ, ਸਫਲ ਦਰਸ਼ਨ ਅਕਾਲ ਮੂਰਤ। ਗੁਰੂ ਦੀ ਮੂਰਤ ਅਕਾਲ ਦੀ ਮੂਰਤ ਹੈ, ਉਹਦਾ ਸਰੂਪ ਅਕਾਲ ਹੈ। ਉਹਦੇ ਦਰਸ਼ਨ ਵੀ ਜਿਹੜੇ ਸਫਲੇ ਹਨ। ਰੋਜ਼ ਪੜ੍ਹਦੇ ਆ ਸੋ ਕਹੋ ਟਲ
ਕਾਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਜਨਮ ਤੇ ਮਰਨ ਦੇ ਦੁੱਖ ਜਿਹੜੇ ਉਹ ਸਿੱਖ ਦੇ ਨਿਵਰਤ ਹੋ ਜਾਂਦੇ ਨੇ। ਇਸ ਵਾਸਤੇ ਸਤਿਗੁਰਾਂ ਦੇ ਜਿਹੜੇ ਦੀਦਾਰ ਹਨ, ਦਰਸ਼ਨ ਹਨ, ਇਹ ਸਫਲੇ ਤੇ ਸੁਖਦਾਇਕ ਹਨ। ਜਪੋ ਨਾਮ ਹੋਏ ਅੰਤ ਸਹਾਈ। ਅਕਾਲ ਪੁਰਖ ਦਾ ਨਾਮ ਜਪੋ ਜੋ ਅੰਤ ਕਾਲ ਤੁਹਾਡੇ ਸਹਾਈ ਹੋਵੇਗਾ। ਗੁਰਮੁਖ ਹੋਵੋ ਤਜੋ ਵਿਕਾਰਾ। ਗੁਰਮੁਖ ਬਣ ਜਾਓ। ਅੱਜ ਮਹਾਨ ਪਰਬ ਹੈ। ਮਹਾਰਾਜ ਨੇ ਸਾਨੂੰ ਇੱਕ ਨਵਾਂ ਜਨਮ ਦਿੱਤਾ, ਨਵਾਂ ਸਰੂਪ, ਨਵੀਂ ਵਿਚਾਰਧਾਰਾ ਦਿੱਤੀ। ਅਸਾਂ ਵੀ ਯਤਨ ਕਰੀਏ ਅਸੀਂ ਗੁਰੂ ਦੇ ਗੁਰਮੁਖ ਬਣ ਜਾਈਏ, ਗੁਰੂ ਦੇ ਗੁਰਮੁਖ ਬਣ ਜਾਈਏ, ਭਾਵ ਆਪਣਾ ਮੁਖ ਗੁਰੂ ਵੱਲ ਕਰ ਲਈਏ। ਜਿਹੜੇ ਕਰਮ ਕਾਂਡ ਨੇ, ਹੋਰ ਭਰਮਾਂ ਵਿੱਚ ਆਪਾਂ ਪਏ ਹੋਏ ਹਾਂ, ਮੜੀਆਂ ਮਸਾਣ ਆਦਿਕਾਂ ਦੀ ਜੋ ਪੂਜਾ ਕਰ ਰਹੇ ਹਾਂ, ਇਹੋ ਜਿਹਾ ਭਰਮ ਆਦਿਕ ਛੱਡ ਕੇ ਤੇ ਗੁਰਮੁਖ ਬਣੀਏ। ਤੇ ਜਿਹੜਾ ਸਿਧਾਂਤ ਕਲਗੀਧਰ ਜੀ ਨੇ ਦਿੱਤਾ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਇਹ ਸਿਧਾਂਤ ਦੇ ਧਾਰਨੀ ਅਸੀਂ ਹੋ ਕਰਕੇ ਗੁਰਮੁਖ ਬਣ ਜਾਈਏ। ਗੁਰਮੁਖ ਉਹੀ ਹੈ ਜਿਹੜਾ ਗੁਰੂ ਦੇ ਮੁਖ ਦੁਆਰਾ ਉਪਦੇਸ਼ ਦੀ ਪ੍ਰਾਪਤੀ ਕਰਕੇ ਉਸ ਉਪਦੇਸ਼ ਨੂੰ ਜੀਵਨ ਵਿੱਚ ਧਾਰ ਕੇ ਆਪਣਾ ਜੀਵਨ ਹੀ ਗੁਰੂ ਦੇ ਉਪਦੇਸ਼ ਮੁਤਾਬਕ ਢਾਲ ਲੈਂਦਾ ਹੈ। ਇਸ ਵਾਸਤੇ ਗੁਰਮੁਖ ਹੋਵੋ ਤਜੋ ਵਿਕਾਰਾ। ਗੁਰਮੁਖ ਬਣ ਕੇ ਅੰਦਰ ਦੇ ਵਿਕਾਰ ਛੱਡ ਦਿਓ। ਆਪ ਤਰੋ ਕਰ ਪਿਤਰੇ ਉਦਾਰਾ। ਇਹਦੇ ਨਾਲ ਤੁਸੀਂ ਆਪ ਭਵ ਸਾਗਰ ਤੋਂ ਤਰ ਜਾਓਗੇ ਤੇ ਆਪਣੇ ਪਿਤਰਾਂ ਦਾ ਵੀ ਉਧਾਰ ਕਰ ਜਾਓਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ। ਜਿਹਦਾ ਸਿਮਰਨ ਕਰਨ ਦੇ ਨਾਲ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ, ਕੁੱਲਾਂ ਤਰ ਜਾਂਦੀਆਂ ਨੇ, ਜੀਵ ਦਾ ਵੀ ਉਧਾਰ ਹੋ ਜਾਂਦਾ। ਭਾਈ ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ। ਦੋਹਰਾ ਸੁਨ ਪੰਡਤ ਬੂਜਨ ਕੀਓ, ਗੁਰੂ ਕਿਤਕ ਪ੍ਰਕਾਰ। ਜਦੋਂ ਗੁਰਦੇਵ ਨੇ ਆਗਿਆ ਦਿੱਤੀ ਕਿ ਭਾਈ ਗੁਰੂ ਨੂੰ ਮਿਲ ਕੇ ਭਗਤੀ ਕਰੋ, ਸਤਿਗੁਰਾਂ ਦੇ ਦਰਸ਼ਨ ਸਫਲੇ ਨੇ, ਤੇ ਪੰਡਤਾਂ ਨੇ ਮਿਲ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਗੁਰਦੇਵ ਕਿਰਪਾ ਕਰਕੇ ਦੱਸੋ ਵੀ ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਉੱਤਰ ਦੇਨੇ ਹੇਤ ਤਬ ਬੋਲੇ ਗੁਰੂ ਉਦਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਉੱਤਰ ਦੇਣ ਵਾਸਤੇ ਬੋਲੇ ਹਨ। ਜੋ ਭਾਈ ਇੱਕ ਪੰਡਿਤ ਗੁਰ ਇੱਕ ਅਵਧੂਤਾ। ਸਤਿਗੁਰੂ ਕਹਿੰਦੇ ਇੱਕ ਪੰਡਤ ਗੁਰੂ ਹੁੰਦਾ ਹੈ, ਵਿਦਵਾਨ ਜਿਹਨੇ ਧਰਮ ਸ਼ਾਸਤਰ ਘੋਖੇ ਹੁੰਦੇ ਨੇ। ਇੱਕ ਪੰਡਤ ਗੁਰੂ ਹੈ ਤੇ ਦੂਜਾ ਅਵਧੂਤ ਗੁਰੂ ਹੁੰਦਾ ਹੈ।